ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰੂ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਨ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਿਗੋਬਿੰਦ ਸ਼ਬ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੀ ਨਾਮ ਓੰਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ।
ਬਿਗਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਅੰਗਦ ਸੁਣ ਪਰਮ ਪਵਿੱਤਰਾ। ਜੋ ਪੁਨ ਹੋਈ ਕਥਾ ਬਚਿਤਰਾ। ਤਹ ਤੇ ਜਬ ਕੀਨੋ ਪ੍ਰਸਥਾਨਾ। ਪਹੁੰਚੇ ਨਗਰ ਜਾਏ ਮੁਲਤਾਨਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਸ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇ ਕਥਾ ਦੇ ਨਾਲ ਅਗਲੇ ਪ੍ਰਸੰਗ ਦੇ ਨਾਲ ਸੰਗ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਗਦ ਸੁਣ ਪਰਮ ਪਵਿੱਤਰਾ। ਜੋ ਪੁਨ ਹੋਏ ਕਥਾ ਬਚਿਤਰਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਪਿੱਛੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੰਧਾਰ ਗਏ। ਉੱਥੇ ਯਾਰਵਲੀ ਨੂੰ ਇੱਕ ਖੱਤਰੀ ਨੂੰ ਉੱਥੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉਹਨਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਫਿਰ ਮਾਣ ਚੰਦ ਹੈ ਉਸ ਮਾਣ ਚੰਦ ਨੂੰ ਮਨ ਦਾ ਆਨੰਦ ਮਾਣਨ ਦਾ ਜਿਹੜਾ ਤਰੀਕਾ ਦੱਸਿਆ। ਹੁਣ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਅੱਗੇ ਆਏ ਨੇ ਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਭਾਈ ਪਾਲਾ ਜੀ ਸੁਣਾ ਰਹੇ ਨੇ ਕਿ ਹੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਆਪ ਜੀ ਪਰਮ ਪਵਿੱਤਰ ਹੋ ਤੇ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਹ ਕਥਾ ਸੁਣੋ ਜਿਹੜੀ ਪਰਮ ਵਿਚਿੱਤਰ ਹੈ। ਤਹ ਤੇ ਜਪ ਕੀਨੋ ਪ੍ਰਸਥਾਨਾ। ਪਹੁੰਚੇ ਨਗਰ ਜਾਏ ਮੁਲਤਾਨਾ। ਮਾਣ ਚੰਦ ਨੂੰ ਸਿੱਖੇ ਦੇ ਦਾਤ ਦੇ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਪ੍ਰਸਥਾਨ ਕੀਤੇ। ਅੱਗੇ ਪਹੁੰਚੇ ਨੇ ਮੁਲਤਾਨ ਦੇ ਵਿੱਚ। ਪੀਰ ਪ੍ਰੰਦ ਜਹ ਸਮਸ ਸਮੇਤਾ। ਮਿਲਣ ਚਾਹਿਓ ਬੇਦੇ ਕੁਲ ਕੀਤਾ। ਹੁਣ ਇੱਥੇ ਮੁਲਤਾਨ ਦੇ ਵਿੱਚ ਜਿਹੜੇ ਬਹੁਤਾਤ ਗਿਣਤੀ ਵਿੱਚ ਤੁਰਕ ਨੇ ਸਤਿਗੁਰੂ ਜੀ ਨੇ ਪਿੱਛੇ ਕਿਰਪਾ ਕੀਤੀ ਕੰਧਾਰ ਵਿੱਚ ਜਿਹੜੇ ਸਨ ਉਹ ਬਹੁਤੇ ਪਠਾਨ ਨੇ ਇੱਥੇ ਤੁਰਕ ਨੇ। ਇਹਨਾਂ ਦੇ ਵਿੱਚ ਬਹੁਤੇ ਜਿਹੜੇ ਨੇ ਕਈ ਆਪਣੇ ਆਪ ਦੇ ਵਿੱਚ ਬਣੇ ਹੋਏ ਪੀਰ ਨੇ। ਇਹ ਕਹਿ ਲਈਏ ਕਿ ਪੀਰਾਂ ਦਾ ਇਕੱਠ ਹੈ। ਇੱਥੇ ਇੱਕ ਬੜਾ ਨਾਮੀ ਪੀਰ ਹੈ ਜਿਹਦਾ ਨਾਮ ਸ਼ਮਸ ਤਬਦੇਰ ਹੈ। ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਹਨਾਂ ਨੂੰ ਮਿਲਣ ਦੇ ਵਾਸਤੇ ਗਏ ਨੇ ਔਰ ਗੁਰੂ ਸਾਹਿਬ ਜੀ ਹਮੇਸ਼ਾ ਸ਼ਹਿਰ ਤੋਂ ਨਗਰ ਤੋਂ ਬਾਰ-ਬਾਰ ਬੈਠਦੇ ਸਨ।
ਪਰ ਇੱਥੇ ਗੁਰੂ ਸਾਹਿਬ ਜੀ ਬਾਹਰ ਨਹੀਂ ਬੈਠੇ, ਕਿਉਂਕਿ ਇੱਥੋਂ ਦੇ ਲੋਕਾਂ ਦੇ ਬਾਰੇ ਪਤਾ ਹੈ, ਜਾਣਦੇ ਨੇ ਕਿ ਕੁਝ ਹੋਰ ਢੰਗ ਦੇ ਨਾਲ ਇਹਨਾਂ ਦਾ ਵਰਤੀਰਾ ਕੁਝ ਹੋਰ ਹੈ। ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਪੀਰਾਂ ਨੂੰ ਮਿਲਣ ਵਾਸਤੇ ਆਪ ਅੱਗੇ ਪਹੁੰਚ ਗਏ, ਤੇ ਪਹੁੰਚੇ ਇਸ ਕਰਕੇ ਨੇ ਦੇਨ ਉਪਦੇਸ਼ ਆਪਣੋ ਨੀਕਾ, ਜਿਸ ਬਿਦ ਹੈ ਵੋ ਉਧਾਰ ਇਸ ਜੀ ਕਾ। ਆਪਣਾ ਉਹ ਸੋਹਣਾ ਉਪਦੇਸ਼ ਦੇਣ ਵਾਸਤੇ ਜਾਣਾ ਹੈ ਕਿ ਜਿਹਦੇ ਕਰਕੇ ਇਹ ਜਿਹੜੇ ਪੀਰ ਨੇ ਇੱਕ ਭੁਲੇਖਾ ਪਾ ਕੇ ਬੈਠੇ ਨੇ ਆਪਣੇ ਆਪ ਦੇ ਵਿੱਚ ਕਿ ਸ਼ਾਇਦ ਰਿੱਧੀਆਂ ਸਿੱਧੀਆਂ ਇਹ ਤਾਕਤਾਂ ਕਰਾਮਾਤਾਂ ਇਹੀ ਸਭ ਕੁਛ ਹੈ, ਕਿ ਸ਼ਾਇਦ ਜੋ ਕੁਝ ਅਸੀਂ ਕਰ ਰਹੇ ਹਾਂ ਬਸ ਧਰਮ ਦਾ ਕੰਮ ਸਿਰਫ ਇੰਨਾ ਹੀ ਹੈ। ਉਪਦੇਸ਼ ਦੇਣਾ ਹੈ ਇਸ ਕਰਕੇ ਕਿ ਉਹਨਾਂ ਦਾ ਵੀ ਭਲਾ ਹੋਵੇ। ਸ਼ਮਸ਼ ਤਬਰੇਜ ਰਹਿਤ ਜਿਹ ਥਾਈ, ਤਹਾਂ ਜਾਏ ਬੈਠੇ ਜਗ ਸਾਈ। ਸ਼ਮਸ਼ ਤਰਬੇਜ, ਹੁਣ ਇਹ ਤਬਰੇਜ ਨਾ ਲਿਖਿਆ, ਕਿਤੇ ਇਕੱਲਾ ਸ਼ਮਸ਼ ਵੀ ਆਏਗਾ। ਸ਼ਮਸ਼ ਤਬਰੇਜ, ਇਹ ਜਿੱਥੇ ਰਹਿੰਦਾ ਹੈ, ਜਿੱਥੇ ਬੈਠਾ ਗੁਰੂ ਸਾਹਿਬ ਦੇ ਉੱਤੇ ਸਿੱਧੇ ਪਹੁੰਚ ਗਏ, ਬਾਹਰ ਨਹੀਂ ਰੁਕੇ, ਸ਼ਹਿਰ ਦੇ ਵਿੱਚ ਪਹੁੰਚ ਗਏ ਨੇ। ਸਭ ਪੇਰਣ ਕੋ ਸੁਧ ਜਬ ਹੋਈ, ਮਿਲ ਕੇ ਮਤੋ ਕਰਤ ਪੇ ਸੋਈ। ਹੁਣ ਜਗਤ ਦੇ ਮਾਲਕ ਉਸ ਪੀਰ ਦੇ ਕੋਲ ਜਾ ਕੇ ਬੈਠੇ ਨੇ, ਬਾਕੀ ਪੀਰਾਂ ਨੂੰ ਉਸੇ ਵੇਲੇ ਖਬਰ ਹੋ ਗਈ। ਕੁਝ ਇਹਨਾਂ ਦੀਆਂ ਤਾਕਤਾਂ ਵੀ ਨੇ, ਕੁਝ ਇੱਕ ਦੂਜੇ ਤੋਂ ਅੱਗੇ ਵੀ ਫੈਲ ਗਈ। ਤੇ ਖਬਰ ਕੀ ਹੋਈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਆਏ। ਇਹਨਾਂ ਸਾਰੇ ਪੀਰਾਂ ਨੇ ਮਿਲ ਕੇ ਇੱਕ ਮਤਾ ਪਕਾਇਆ। ਇਨ ਜੀਤੇ ਸਭ ਥਾਨ ਮਹਾਨਾ, ਕਾਪਾ ਚਰਨਣ ਸੰਗ ਫਿਰਾਨਾ। ਇਹਨਾਂ ਨੂੰ ਖਬਰ ਹੋਈ ਕਿ ਉਹ ਗੁਰੂ ਨਾਨਕ ਸਾਹਿਬ ਜੀ ਆਏ ਨੇ, ਜਿਹੜੇ ਜਿੱਥੇ ਵੀ ਗਏ ਹਰ ਥਾਂ 'ਤੇ ਉੱਥੇ ਜਿੱਤ ਕੇ ਆਏ ਨੇ, ਸਭ ਨੂੰ ਜਿੱਤਿਆ ਹੈ। ਇਹ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਦੇ ਚਰਨਾਂ ਦੇ ਨਾਲ ਨਾਲ 4 ਸਫਰੇ ਮੱਕਾ ਘੁੰਮ ਗਿਆ ਸੀ। ਚਰਚਾ ਅਜ਼ਮਤ ਮਹਿ ਇਹ ਭਾਰੇ, ਸਕਿਓ ਨਾ ਕੋਈ ਅਟਕ ਆਗਾਰੀ। ਇਹ ਗੁਰੂ ਨਾਨਕ ਸਾਹਿਬ ਜੀ ਉਹ ਨੇ ਜਿਨ੍ਹਾਂ ਵਿੱਚ ਅਜ਼ਮਤ ਵੀ ਬਹੁਤ ਭਾਰੀ ਹੈ, ਤੇ ਜਿਨ੍ਹਾਂ ਕੋਲ ਗਿਆਨ ਵੀ ਦੁਨੀਆ ਵਿੱਚ ਸਭ ਤੋਂ ਵੱਧ ਹੈ। ਕਹਿ ਲਈਏ ਕਿ ਸਾਰਾ ਗਿਆਨ ਉਹਨਾਂ ਕੋਲ ਹੈ। ਇਹ ਨਾ ਅਜ਼ਮਤ ਕਰਕੇ ਤੇ ਨਾ ਚਰਚਾ ਕਰਕੇ ਕਿਤੇ ਨਹੀਂ ਹਾਰੇ। ਇਹਨਾਂ ਦੇ ਅੱਗੇ ਕੋਈ ਅਟਕ ਸਕੇ ਹੀ ਨਹੀਂ। ਇਹ ਪੀਰ ਆਪਸ ਵਿੱਚ ਗੱਲਾਂ ਕਰ ਰਹੇ ਨੇ ਕਿ ਉਹ ਗੁਰੂ ਨਾਨਕ ਸਾਹਿਬ ਜੀ ਆਏ ਨੇ। ਸਰ ਬਰਬਾਦ ਨਹੀਂ ਬਣ ਆਏ, ਬਿਨਤੀ ਕਰਕੇ ਕਰੂ ਵਿਦਾਈ। ਇਸ ਕਰਕੇ ਪੀਰ ਆਪਸ ਵਿਚਾਰ ਕਰਦੇ ਨੇ ਭਈ ਇਹਨਾਂ ਨਾਲ ਚਰਚਾ ਕਰਕੇ ਤੇ ਬਰਾਬਰੀ ਹੋ ਨਹੀਂ ਸਕਦੀ। ਕਰਾਮਾਤ ਇਹਨਾਂ ਦੇ ਸਾਹਮਣੇ ਸਾਡੀਆਂ ਕੁਝ ਵੀ ਨਹੀਂ। ਇਸ ਕਰਕੇ ਕਿਸੇ ਵੀ ਤਰੀਕੇ ਨਾਲ ਇਹਨਾਂ ਦੇ ਨਾਲ ਸਾਡੀ ਬਰਾਬਰੀ ਨਹੀਂ ਹੋ ਸਕਦੀ। ਇਹ ਸਭ ਤੋਂ ਵੱਡੇ ਨੇ। ਬਸ ਇਹਨਾਂ ਨੂੰ ਮਿਲ ਕੇ ਇੱਕ ਬੇਨਤੀ ਕਰੀਏ। ਤੇ ਬੇਨਤੀ ਕੀ ਕਰਨੀ ਹੈ, ਕਿਉਂਕਿ ਇੱਥੇ ਆਪੋ ਆਪਣੀ ਦੁਕਾਨਾਂ ਖੁੱਲ੍ਹੀਆਂ ਨੇ। ਇਹਨਾਂ ਨੂੰ ਲੱਗਦਾ ਹੈ ਕਿ ਜੇ ਐਸੇ ਸਤਿਗੁਰੂ ਜੀ ਆ ਕੇ ਮੁਲਤਾਨ ਦੇ ਵਿੱਚ ਕਿਤੇ ਥੋੜ੍ਹੇ ਦਿਨ ਰੁਕ ਗਏ ਤੇ ਸਾਡੀਆਂ ਤਾਂ ਦੁਕਾਨਾਂ ਬੰਦ ਹੋ ਜਾਣੀਆਂ। ਲੋਕ ਸਾਨੂੰ ਪੂਜਦੇ ਨੇ, ਨਮਸਕਾਰਾਂ ਕਰਦੇ ਨੇ, ਲੋਕਾਂ ਦੇ ਸਾਰਿਆਂ ਨੇ ਇਹਨਾਂ ਦੇ ਸਿੱਖ ਬਣ ਗਏ ਨੇ। ਬਾਦ ਵਿਵਾਦ ਚਰਚਾ ਦੇ ਨਾਲ ਨਹੀਂ, ਬੇਨਤੀ ਕਰਦੀ ਕਿ ਤੂੰ ਚਲੇ ਜਾਓ। ਬੇਨਤੀ ਕਰਕੇ ਭੇਜਦੀ, ਬੇਨਤੀ ਕਰ ਸਕਦੇ ਹਾਂ। ਅਸ ਵਿਚਾਰ ਕਰ ਦੁੱਧ ਕਟੋਰਾ, ਭਰ ਕਰ ਲੈ ਆਏ ਗੁਰਿਓਰਾ। ਇਹਨਾਂ ਪੀਰਾਂ ਨੇ ਇਵੇਂ ਦੀ ਵਿਚਾਰ ਕੀਤੀ। ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਭਰ ਕੇ ਕਟੋਰਾ, ਬਾਟਾ ਭਰ ਕੇ ਦੁੱਧ ਦਾ ਲਿਆ, ਔਰ ਪੂਰਾ ਨੱਕੋ ਨੱਕ ਭਰ ਕੇ ਲਿਆਏ ਕਿ ਇੱਕ ਘੁੱਟ ਵੀ ਹੋਰ ਅੰਦਰ ਪਵੇ ਨਾ। ਇਹ ਜਨਾਵਣ ਤਿੰਨੈ ਕੀਨੋ, ਪੀਰੇ ਪੁਰ ਮੁਲਤਾਨ ਸੁਚੀਨੋ। ਇਹਨਾਂ ਪੀਰਾਂ ਨੇ ਮੁੱਖ ਤੋਂ ਕੁਝ ਨਹੀਂ ਕਿਹਾ, ਬੋਲੇ ਕੁਝ ਨਹੀਂ, ਬਸ ਦੁੱਧ ਦਾ ਬਾਟਾ ਹੀ ਅੱਗੇ ਰੱਖ ਦਿੱਤਾ। ਤੇ ਇੰਨਾ ਭਰਿਆ ਸੀ, ਆਪਣੇ ਵੱਲੋਂ ਜਿਤਾਉਣ ਦਾ ਇਹ ਯਤਨ ਕੀਤਾ ਸੀ ਕਿ ਮੁਲਤਾਨ ਦੇ ਵਿੱਚ ਤੇ ਪੀਰ ਪਹਿਲੋਂ ਬੜੇ ਨੇ।
ਇੱਕ ਤਾਂ ਕਹਾਵਤ ਨਾ, ਇੱਟ ਪੱਟਿਆ ਨਿਕਲਦੇ ਨੇ ਤੇ ਇੱਟਾਂ ਦੇ ਉੱਤੇ ਤਿੰਨ ਬੈਠੇ ਨੇ। ਇਹ ਤਾਂ ਪੀਰਾਂ ਨਾਲ ਭਰੇ ਪਿਆ ਹੈ। ਤੇ ਇਸੇ ਤਰ੍ਹਾਂ ਭਰਿਆ ਜਿਵੇਂ ਦੁੱਧ ਦਾ ਬਾਟਾ ਭਰਿਆ, ਤੁਹਾਡੇ ਇੱਥੇ ਥਾਂ ਹੀ ਕੋਈ ਨਹੀਂ, ਸਮਾਓਗੇ ਕਿੱਥੇ? ਤੁਸੀਂ ਕਿੱਥੇ ਨਾ ਬਚਾ ਕਰ ਲਓਗੇ। ਨਹੀਂ ਸਮਾਏ ਰਾਵਰ ਕੇਰੀ, ਗਮਣੋਂ ਅਪਰ ਥਾਨਪੁਰ ਹੇਰੀ। ਇਹਨਾਂ ਨੇ ਮੂੰਹ ਨਾਲ ਬੋਲ ਕੇ ਨਹੀਂ ਕਿਹਾ, ਬਾਟਾ ਅੱਗੇ ਰੱਖਣ ਦਾ ਭਾਵ ਹੀ ਸੀ ਕਿ ਇਹ ਰਾਵਰ ਹੈ, ਹਜ਼ੂਰ ਹੈ ਸਤਿਗੁਰੂ ਜੀ, ਤੁਹਾਡੇ ਇੱਥੇ ਸਮਾਈ ਨਹੀਂ ਹੋਣੀ, ਤੁਹਾਡੇ ਲਈ ਥਾਂ ਕੋਈ ਨਹੀਂ, ਤੇ ਤੁਸੀਂ ਕਿਰਪਾ ਕਰੋ ਕਿਸੇ ਹੋਰ ਥਾਂ 'ਤੇ ਚਲੇ ਜਾਓ। ਸਾਡੀਆਂ ਦੁਕਾਨਾਂ ਚੱਲਦੀਆਂ ਰਹਿਣ, ਸਾਨੂੰ ਲੋਕ ਪੁੱਛਦੇ ਰਹਿਣ। ਨਿਕਟ ਆਣ ਜਬ ਧਰਿਓ ਅਗਾਰੀ, ਸਿਰ ਨਾਨਕ ਜਾਣੀ ਬਿਦ ਸਾਰੀ। ਜਦੋਂ ਇਹਨਾਂ ਨੂੰ ਭਰਿਆ ਹੋਇਆ ਬਾਟਾ ਦੁੱਧ ਗੁਰੂ ਸਾਹਿਬ ਦੇ ਅੱਗੇ ਰੱਖਿਆ, ਕਿਉਂਕਿ ਇਹਨਾਂ ਤੇ ਮਤਾ ਕੀਤਾ ਸੀ, ਸਲਾਹ ਕੀਤੀ ਸੀ, ਔਰ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਅੰਦਰ ਦੀ ਜਾਣਦੇ ਨੇ ਕਿ ਇਹਨਾਂ ਬਾਟਾ ਭਰ ਕੇ ਛਕਣ ਵਾਸਤੇ ਨਹੀਂ ਦਿੱਤਾ, ਇੱਥੋਂ ਜਾਣ ਵਾਸਤੇ ਦਿੱਤਾ, ਚਲੇ ਜਾਓ। ਫੂਲ ਚੰਬੇਲੀ ਕੋ ਇਕ ਲੀਨਾ, ਤੇ ਪਰ ਕਰਤੇ ਛੋਡਣ ਕਿਨਾ। ਗੁਰੂ ਸਾਹਿਬ ਜੀ ਨੇ ਕੀਤਾ ਕਿ ਚੰਬੇਲੀ ਦਾ ਫੁੱਲ, ਔਰ ਚੰਬੇਲੀ ਦਾ ਫੁੱਲ ਆਪਣੀ ਜੀ ਨੇ ਵੇਖੀ ਹੈ, ਬਹੁਤ ਹੌਲਾ ਹੈ, ਉਹ ਦੁੱਧ ਦੇ ਉੱਤੇ ਰੱਖ ਦਿੱਤਾ। ਹੁਣ ਚੰਬੇਲੀ ਦੇ ਫੁੱਲ ਨਾਲ ਦੁੱਧ ਨੂੰ ਫਰਕ ਕੀ ਪੈਣਾ ਹੈ? ਕਿਆ ਉਹਨਾਂ ਵੀ ਕੁਝ ਨਹੀਂ, ਔਰ ਬਚਨ ਗੁਰੂ ਸਾਹਿਬ ਜੀ ਨੇ ਵੀ ਕੋਈ ਨਹੀਂ ਕੀਤਾ। ਬਸ ਫੁੱਲ ਉੱਤੇ ਰੱਖ ਕੇ ਜਿਵੇਂ ਉਹਨਾਂ ਜਨਾਇਆ ਬਾਟਾ ਭਰ ਕੇ ਦੁੱਧ, ਗੁਰੂ ਸਾਹਿਬ ਨੇ ਜਿਤਾ ਦਿੱਤਾ ਫੁੱਲ ਉੱਤੇ ਰੱਖ ਕੇ। ਵੀ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰਨੀ ਆਏ, ਤੁਹਾਡੀ ਥਾਂ ਮੱਲਣ ਨਹੀਂ ਆਏ, ਤੁਹਾਡੇ ਵਿੱਚ ਅਸੀਂ ਸਮਾ ਜਾਣਾ ਹੈ, ਕਿਉਂਕਿ ਸਾਡੇ ਕੋਲ ਕਿਹੜਾ ਹੋਮੇ ਦਾ ਭਾਰ ਹੈ ਜਿਹੜਾ ਵਿੱਚ ਡੁੱਬਣਾ ਹੈ, ਜਾਂ ਥਾਂ ਚਾਹੀਦੀ ਹੈ। ਧਰਿਓ ਦੂਧ ਪਾਰ ਭਲੇ ਸਮਾਇਓ, ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਓ। ਜਿਵੇਂ ਦਾ ਦ੍ਰਿਸ਼ਟਾਂਤ ਉਹਨਾਂ ਨੇ ਵਿਖਾਇਆ, ਗੁਰੂ ਸਾਹਿਬ ਨੂੰ ਦਿਖਾ ਦਿੱਤਾ। ਦੁੱਧ ਦੇ ਉੱਤੇ ਰੱਖਿਆ, ਚਮੇਲੀ ਦਾ ਫੁੱਲ ਬਿਲਕੁਲ ਦੁੱਧ ਉੱਤੇ ਤਰ ਗਿਆ, ਸਮਾ ਗਿਆ, ਦੁੱਧ ਨੂੰ ਫਰਕ ਵੀ ਕੋਈ ਨਹੀਂ ਪਿਆ। ਫੂਲ ਸਮਾਇਓ ਭਰੇ ਕਟੋਰੇ, ਤਿਉ ਹਮਕੋ ਜਾਨੋ ਇਸ ਠੌਰੇ। ਬੋਲੇ ਗੁਰੂ ਸਾਹਿਬ ਜੀ ਕੁਝ ਨਹੀਂ, ਉਹਨਾਂ ਨੂੰ ਸਮਝਾ ਦਿੱਤਾ ਕਿ ਦੇਖੋ ਫੁੱਲ ਸਮਾ ਗਿਆ ਨਾ ਬਾਟੇ ਦੇ ਵਿੱਚ, ਦੁੱਧ ਦੇ ਵਿੱਚ, ਬਸ ਇਸੇ ਤਰ੍ਹਾਂ ਸਮਝੋ ਅਸੀਂ ਸਮਾ ਜਾਣਾ ਤੁਹਾਡੇ ਵਿੱਚ, ਅਸੀਂ ਰਲ ਜਾਣਾ, ਸਾਡੇ ਲਈ ਥਾਂ ਬਣ ਜਾਣੀ ਹੈ, ਭਾਵੇਂ ਭਰਿਆ ਪਿਆ ਹੈ। ਇਹ ਸਭ ਰੀਤ ਲਖੀ ਜਬ ਪੀਰਾ, ਜਾਣਿਓ ਮਨ ਮੈਂ ਗੁਣੀ ਗਹਿਰਾ। ਹੁਣ ਸਤਿਗੁਰੂ ਜੀ ਇਹ ਜਿਹੜੀ ਰੀਤ ਇਹਨਾਂ ਸਾਰੇ ਨੇ ਸਮਝ ਲਈ, ਜਾਣ ਲਈ ਕਿ ਅਸੀਂ ਤਾਂ ਸਲਾਹ ਕਰਕੇ ਲਿਆਏ ਸਾਂ, ਇਹ ਬਿਨਾਂ ਸਲਾਹ ਕਰੇ ਤੂੰ ਤਾਰ ਦਿੱਤਾ ਹੈ। ਇਹ ਸੱਚਮੁੱਚ ਕਿਸੇ ਦੀ ਥਾਂ ਮੱਲਣ ਵਾਸਤੇ ਨਹੀਂ ਆਏ, ਜਿਵੇਂ ਇਹ ਦੁੱਧ ਦੇ ਉੱਤੇ ਫੁੱਲ ਨੂੰ ਤਰਾਇਆ ਹੈ ਨਾ। ਇਹ ਭਾਵੇਂ ਕਿਸੇ ਧਰਮੀਆਂ ਕੋਲ ਜਾਣ, ਭਾਵੇਂ ਅਧਰਮੀਆਂ ਕੋਲ ਜਾਣ, ਇਹ ਪੁੰਨੀਆਂ ਕੋਲ ਜਾਣ, ਪਾਪੀਆਂ ਕੋਲ ਜਾਣ, ਇਹ ਰਲਦੇ ਕਿਸੇ ਦੇ ਵਿੱਚ ਨਹੀਂ। ਇਹ ਫੁੱਲ ਦੀ ਤਰ੍ਹਾਂ ਰਹਿੰਦੇ ਸਭ ਦੇ ਉੱਤੇ ਹੀ ਨੇ, ਇਹ ਹੈ ਸਭ ਦੇ ਮਾਲਕ ਹੀ। ਇਹ ਗੱਲ ਸਮਝ ਆ ਗਈ ਕਿ ਤੇ ਗੁਣੀ ਗਹੀਰ ਨੇ, ਗੁਣਾ ਦੇ ਖਜ਼ਾਨੇ ਨੇ। ਪ੍ਰਾਕ ਸ਼ਮਸ਼ਨੈ ਗਿਰਾ ਉਚਾਰੀ, ਜਗੇ ਆਸੇ ਈਸ਼ਾ ਉਰ ਧਾਰੀ। ਇਹ ਵੇਖ ਕੇ ਸ਼ਮਸ ਤਬਰੇਜ ਸਭ ਤੋਂ ਪਹਿਲੋਂ ਹੱਥ ਉਹਨੇ ਜੋੜੇ, ਸਤਿਗੁਰ ਦੇ ਚਰਨਾਂ ਵਿੱਚ ਰੱਖਿਆ ਸਿਰ, ਤੇ ਨਾਲੇ ਪੂਰਾ ਨਿਮਰ ਹੋ ਕੇ ਇੱਕ ਜਗਿਆਸੂ ਦੇ ਵਾਂਗ, ਕਿ ਜਿਵੇਂ ਜਗਿਆਸੂ ਉਹ ਹੈ ਜਿਹਨੂੰ ਸੱਚਮੁੱਚ ਕਿਸੇ ਦੀ ਚਾਹਤ ਹੈ, ਜਗਿਆਸੂ ਬਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਕਠਨ ਕਰੂਰ ਤਪ ਹੂੰ ਕਰਾ, ਸ਼ੁਸ਼ਕ ਸਰੀਰ ਵਿਸਾਲ। ਇਹਨੇ ਬੇਨਤੀ ਕੀਤੀ, ਹੈ ਸਤਿਗੁਰੂ ਤੁਸੀਂ ਸਾਰਿਆਂ ਦੇ ਮਾਲਕ ਹੋ, ਸਭ ਤੋਂ ਉੱਤੇ ਹੋ, ਕਿਰਪਾ ਕਰਕੇ ਹੁਣ ਇਹ ਦੱਸੋ ਕਿ ਮੈਂ ਤਪ ਬੜਾ ਕੀਤਾ, ਬੜੀ ਸਖਤ ਤਪੱਸਿਆ ਕੀਤੀ, ਇੰਨੀ ਸਖਤ ਕੀਤੀ ਕਿ ਸਰੀਰ ਵੀ ਸੁੱਕ ਗਿਆ, ਤੇ ਕੱਲਾ ਸਰੀਰ ਨਹੀਂ ਸੁੱਕਿਆ, ਅੰਦਰ ਵੀ ਖੁਸ਼ਕੀ, ਅੰਦਰ ਵੀ ਸੁੱਕਿਆ ਪਿਆ। ਭਾਵ ਕਿ ਅੰਦਰ ਤੇ ਹੋਣਾ ਚਾਹੀਦਾ ਸੀ ਰਸ, ਭਰਨਾ ਚਾਹੀਦਾ ਸੀ ਪਿਆਰ,
अंदर भी खुश्क ते बाहरों भी सारा खुश्क हो गया, सूख गया है। नासन मन के बासना जतन के न चिरकाल, ये तप इन्ना सख्त किया तो इस करके से कि मन की वासना किते भज जे, नाश हो जे। बड़े लंबे समय तो यतन कर रहे हैं कि मन की वासना खत्म हो जाए। एक शन मन है होवत स्थिर, चंचल अत है दीप सिखासर। हुण कदे विचार करके देखियो कि आपां ते 4 कुछ दिन नितनेम करके माण कर बैठने साडे वर्गा सिख कोई, पर एक वो शम्स तबरेज पीर है, मुसलमान तुर्कवीर उन्होंने पीर कहते हैं, मत्था टेकते हैं, नमस्कार करते हैं। पर अपने मन की हालत दसदा कि इन्नी तपस्या तो की, पर एक दिन भी एक छिन भी मन किते नहीं टिके, अस्थिर होए नहीं। मन की चंचलता जी उस तरह ही भजदा ही गया। और सतगुरु धन गुरु अमरदास जी ने कृपा भी की, आनंद साहिब के सानू समझाया भी है कि ये जोड़े बाहर के कर्म ने, ये कर्मां दे नाल ते कदे सहज मिलता ही नहीं। कर्मां नाल मन थोड़ी टिकता है। जिथे गुरु साहब जी रोज़ सानू समझाते हैं, भाई सिखो करमी सहज ना उपजे। कर्मां दे नाल कीते हुए कामां दे नाल जां हट दे नाल सहज थोड़ी मिलना, मन थोड़ी टिकना है। सतगुरु जी कृपा करो ये टिके नहीं, मन नूं टिकाउण वास्ते नहीं तपस्या की। मन को नाश होए जिस रीति, सो उपदेश देहो युत प्रीति। कृपा करो जेड़े ढंग दे नाल मन की वासना का नाश हो जाए, मन मर जाए, कोई वो उपदेश दो जिंदे नाल अंदर प्रीत पैदा हो, रस पैदा हो। सुन श्री नानक बचन उचारे, मरे न है बरमी के मारे। हुणे सवाल तो असल साडा सारिਆਂ ਤੋਂ ਹੁੰਦਾ है कि जिन्होंने 90 साल हो गए होंगे उन्होंने का भी सवाल यही है, मन नहीं टिकता। तो जेडे नवे नवे तुरे ने सवाल उन्होंने भी है, मन नहीं टिकता। धन गुरु नानक देव सच्चे पातशाह जी समझाते ने शम्स तबरेज कि ये पीर तेरी कले की हालत नहीं, मन टिके क्यों? क्योंकि वर्मी मारे साप न मूआ। हुण जो कोई खुड नूं कुट दे, कुटे या जिन्ना मर्जी कुट लो, खुड नूं कुट के कहे कि सप मार दिता, इस तरह सप मरदा तो नहीं ना जी, सप नहीं मरदा। हुण ये शरीर रूपी वर्मी है, इनू कुटे जाओ, इनू दुख दे जाओ, तसीहत दे जाओ कि इन्नी तपस्या की, इन्ना तप दिता। वर्मी कुटन वाले हिसाब ने कुटे जाओ, इनू दुख दे जाओ, पर अंदर बैठा होया सप तो नहीं मरने दे नाल। मंत्रण सो बस होवत सो, और उपाओ ना ताको कहू। वो वर्मी विच वड़िया होया सप, उन्हों काबू करने का तरीका एको ही है कि सप नूं काबू करने वास्ते मंत्र पढ़े जाते हैं, गरुड़ मंत्र किया जाता, पढ़े जाते हैं। हुण सतगुरु जी कहते हैं होर तरीका कोई नहीं, सप नूं फड़न वास्ते उस पेरे जिहड़े नूं मंत्र नूं पढ़दे ने उहनूं कीलदे ने। तप साधे मन बस नहीं आवे, मन चंचल दसुं दिस धावै। इस तरह सतगुरु जी कहते हैं तप साधन नाल मन वस नहीं होना। ये तन जिहड़ा है, तन तो उस वर्मी की तरह, खुड की तरह है। तो जो खुड कुटिया सप नहीं मरदा, तो मन इन तन नूं तसीहत दिते हैं, मन ने बस विच थोड़ी आ जाना है। त्यों त्यों चाहत मान बढ़ाई, ज्यों ज्यों तप कर है वो हित लाई। जिवें जिवें बंदा तप करता है, उवें एक चाहत होर वधदी है कि मैनूं मान मिले, वडियाई मिले। इन्ना तपस्वी, इन्ना नितनेमी, इन्नी मिठी बोली, मैनूं वडियाई मिले, लोग कहणगे बड़ा चंगा है।
ਤੇ ਜਿਵੇਂ ਜਿਵੇਂ ਵਡਿਆਈ ਮਿਲਦੀ ਉਵੇਂ ਉਵੇਂ ਅੰਦਰ ਮਨ ਟਿਕਣ ਦੀ ਬਜਾਏ ਫਿਰ ਇਹ ਤੇ ਸੁਭਾਵਕ ਹੈ ਕਿ ਫਿਰ ਹਵਾ ਲੱਗਦੀ ਹੈ, ਫਿਰ ਉੱਥੇ ਹੁਮੇ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਤਪ ਕਰਦਾ ਉਵੇਂ ਹੁਮੇ ਵੱਧਦੀ ਹੈ। ਸਤਿਗੁਰ ਸ਼ਬਦ ਵਿਚਾਰਣੋ ਮੰਤਰ ਪਛਾਣੋ ਸੋਏ। ਹੁਣ ਇੱਥੇ ਸਵਾਲ ਕੀਤਾ ਸ਼ਮਸ਼ ਤਬਰੇਜ਼ ਨੇ, ਸਤਿਗੁਰ ਜੀ ਸੱਪ ਨੂੰ ਕਾਬੂ ਕਰਨ ਤੇ ਗਰੁੜ ਮੰਤਰ ਪੜ੍ਹਿਆ ਗਿਆ, ਪਰ ਮਨ ਰੂਪੀ ਸੱਪ ਨੂੰ ਕਾਬੂ ਕਰਨਾ ਹੋਵੇ ਤੇ ਕਿਹੜਾ ਮੰਤਰ ਪੜ੍ਹੀਏ? ਔਰ ਸਤਿਗੁਰ ਜੀ ਕਿਰਪਾ ਕਰਕੇ ਸਮਝਾਉਂਦੇ ਨੇ, ਗੁਰੂ ਦੀ ਬਾਣੀ ਕਹਿੰਦੇ ਸਤਿਗੁਰ ਸ਼ਬਦ ਵਿਚਾਰ ਨੂੰ, ਗੁਰੂ ਦੇ ਸ਼ਬਦ ਦੇ ਵਿਚਾਰ ਮੰਤਰ ਪਛਾਣੋ ਸੋਏ, ਇਹ ਮੰਤਰ ਹੈ। ਹੁਣ ਇੱਥੇ ਵਹਿਮ ਭਰਮ ਬੜੇ ਪਾਏ ਜਾਂਦੇ ਨੇ ਕਿ ਫਲਾਣਾ ਸ਼ਬਦ ਪੜ੍ਹੋ, ਇਹ ਫਲਾਣਾ ਮੰਤਰ ਹੈ, ਫਲਾਣਾ ਕੰਮ ਤੇਰਾ ਰਾਸ ਹੋ ਜਾਏਗਾ। ਗੁਰੂ ਦੇ ਸਾਰੀ ਬਾਣੀ ਹੀ ਮੰਤਰ ਹੈ, ਔਰ ਇਹ ਮੰਤਰ ਦੂਸਰੇ ਜਾਦੂ ਟੂਣਿਆਂ ਦੀ ਤਰ੍ਹਾਂ ਨਹੀਂ। ਇਹ ਮੰਤਰ ਹੈ ਕਮਾਉਣ ਵਾਲਾ, ਕਿ ਜੋ ਗੁਰੂ ਕਹਿੰਦੇ ਨੇ ਉਹਨੂੰ ਕਮਾ ਲਈਏ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਕੇ ਉਹ ਸਿੱਖ ਹੋਏ ਨੇ, ਉਹ ਭਗਤ ਹੋਏ ਨੇ ਕਿ ਗੁਰਮੁਖ ਕੋਈ ਗਾਰੜੂ ਤਿੰਨ ਮਰਦਲ ਲਾਈ ਪਾਏ, ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਨੇ। ਉੱਥੇ ਨਾਗ ਨਹੀਂ, ਮਾਇਆ ਦੀ ਗੱਲ ਕੀਤੀ। ਇੱਥੇ ਹੈ ਇਹ ਵੀ ਨਾਗ, ਇਸ ਮਨ ਵੀ ਤੇ ਨਾਗ ਹੈ, ਔਰ ਮਾਇਆ ਦੇ ਪ੍ਰਭਾਵ ਹੇਠ ਇਹ ਸਾਨੂੰ ਭਜਾਉਂਦਾ ਹੈ। ਬਸ ਉਹ ਗੁਰੂ ਕੇ ਸ਼ਬਦ ਦਾ ਗਾਰੜੂ ਹੋਵੇ, ਸ਼ਬਦ ਦੇ ਵਿਚਾਰ ਕਰਦਾ ਹੋਵੇ, ਤੇ ਗੁਰੂ ਕੇ ਸ਼ਬਦ ਦੇ ਵਿਚਾਰ ਹੀ ਸਮਝੋ ਗੁਰੂ ਕੇ ਸਿੱਖ ਵਾਸਤੇ ਗਾਰੜੂ ਮੰਤਰ ਹੈ। ਤੇ ਸੋ ਇਹ ਬਸ ਹੋਤ ਹੈ ਔਰ ਉਪਾਵ ਨ ਕੋਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਬਸ ਮਨ ਤੇ ਇਸੇ ਤਰੀਕੇ ਨਾਲ ਵਸ ਹੋਵੇਗਾ, ਹੋਰ ਕੋਈ ਉਪਾਵ ਨਹੀਂ, ਕੋਈ ਤਰੀਕਾ ਨਹੀਂ। ਪਰ ਉਹ ਸਰੀਰ ਨੂੰ ਦੁੱਖ ਦੇ ਕੇ ਮਨ ਕਦੇ ਨਹੀਂ ਟਿਕਣਾ, ਮਨ ਤੇ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਨਾਲ ਹੀ ਟਿਕਣਾ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਇਹ ਵੀ ਕਹੇ ਨੇ ਭਈ ਜੇ ਵਿਚਾਰ ਨਹੀਂ ਕੀਤੀ ਸ਼ਬਦ ਦੀ ਤੇ ਫਿਰ ਆਪਾਂ ਤੇ ਉਹਨੇ 2 ਟਾਈਮ ਸਵੇਰੇ ਤੇ ਸ਼ਾਮੀ। ਗੁਰੂ ਸਾਹਿਬ ਜੀ ਕਹਿੰਦੇ 2 ਟਾਈਮ ਕੀ, ਫਿਰ ਤੇ 500 ਵਾਰੀ ਆਈ ਜਾ, ਫਿਰ ਤੇ ਗੇੜਾ ਹੀ ਜਿੰਨੇ ਮਰਜ਼ੀ ਲਾਈ ਜਾ। ਔਰ ਸਤਿਗੁਰੂ ਦਾ ਪਾਵਨ ਬਚਨ ਬਾਣੀ ਦੇ ਵਿੱਚ ਹੈ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਤੇ ਅਗਲਾ ਬਚਨ ਕੀਤਾ ਡਿੱਠੇ ਮੁਕਤ ਨਾ ਹੋਈ। ਜੇ ਵੇਖ ਕੇ ਚਲੇ ਗਏ, ਦਰਸ਼ਨ ਹੀ ਕੀਤੇ ਪਰ ਕਰਮਾਂ ਕੀਤੀਆਂ ਚਲੇ ਗਏ, ਤੇ ਕਹਿੰਦੇ ਮੈਂ ਵੇਖ ਕੇ ਤੇ ਫਿਰ ਮੁਕਤੀ ਨਹੀਂ ਨਾ ਮਿਲਦੀ। ਤੇ ਕਿਵੇਂ ਮਿਲੇਗੀ ਜੀ? ਕਹਿੰਦੇ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਉਣਾ ਤੇ ਇਸ ਕਰਕੇ ਸ਼ਬਦ ਦੇ ਵਿਚਾਰ ਕਰ ਸਕੀਏ, ਸੁਣ ਸਕੀਏ, ਉਸ ਵਿਚਾਰ ਨੂੰ ਜੀਵਨ ਦੇ ਵਿੱਚ ਲਿਆ ਸਕੀਏ। ਹੁਣ ਗੁਰੂ ਸਾਹਿਬ ਜੀ ਕਹਿੰਦੇ ਵਿਚਾਰ ਤੋਂ ਬਿਨਾਂ ਹੋਰ ਕੋਈ ਢੰਗ ਨਹੀਂ, ਕੋਈ ਤਰੀਕਾ ਨਹੀਂ ਕਿਸ ਮਨ ਰੂਪੀ ਸੱਪ ਨੂੰ ਮਾਰਿਆ ਜਾਏ। ਬੂਝੈ ਸ਼ਮਸ਼ ਸ਼ਬਦ ਕੋ ਕੌਣ, ਸੁਣ ਬੋਲੇ ਗੁਰ ਕਰੁਣਾ ਪਾਉਣ। ਕਿਉਂਕਿ ਪਹਿਲੋਂ ਬੇਨਤੀ ਕੀਤੀ ਸ਼ਮਸ਼ ਤਬਰੇਜ਼ ਕੋਈ ਆਮ ਬੰਦਾ ਨਹੀਂ, ਜਪਣ ਵਾਲਾ ਭਗਤ ਹੈ, ਬੰਦਗੀ ਵਾਲਾ ਹੈ। ਉਹਦੇ ਸਵਾਲ ਕਰ ਵੀ ਹੋ ਸਕਦਾ ਹੈ ਕਿ ਬਾਅਦ ਵਿੱਚ ਲੋਕੀ ਵਹਿਮ ਭਰਮ ਪਾਉਣਗੇ, ਗੁਰੂ ਸਾਹਿਬ ਨੇ ਸ਼ਬਦ ਕਿਹਾ ਸੀ ਤੇ ਆਪਣੇ ਕੋਲੋਂ ਮਨ ਘੜਤ ਫਿਰ ਸ਼ਬਦ ਕਹਿਣਗੇ ਕਿ ਫਲਾਣਾ ਸ਼ਬਦ ਕਿਹਾ ਸੀ, ਇਹ ਮੰਤਰ ਹੈ, ਇਹ ਪੜ੍ਹੋ। ਔਰ ਸ਼ਮਸ਼ ਤਬਰੇਜ਼ ਨੂੰ ਉੱਥੇ ਪੁੱਛ ਲਿਆ ਕਿ ਸਤਿਗੁਰ ਜੀ ਫਿਰ ਉਹ ਸ਼ਬਦ ਕਿਹੜਾ ਹੈ ਕਿ ਜਿਹੜਾ ਸ਼ਬਦ ਪੜ੍ਹੀਏ ਤੇ ਮਨ ਰੂਪੀ ਸ਼ਬਦ ਕੀਲਿਆ ਜਾਏ। ਇਹ ਸੁਣ ਕੇ ਕਿਰਪਾ ਦੇ ਕਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਸਮਝਾਉਂਦੇ ਨੇ, ਜਗ ਝੂਠੋ ਐਸੋ ਦ੍ਰਿੜ ਜਾਨਾ, ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ। ਬਸ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਇਹ ਹੀ ਹੈ। ਸ਼ਬਦ ਦਾ ਮਤਲਬ ਕਿ ਸਮਝ ਹੈ। ਇਹ ਗੱਲ ਜਿਹੜੀ ਸਮਝ ਲਵੇ, ਹਰ ਕੋਈ ਸਮਝ ਲਵੇ ਕਿ ਜਗ ਝੂਠੋ, ਇਹ ਸੰਸਾਰ ਝੂਠਾ ਹੈ, ਜਿਉਣਾ ਝੂਠਾ ਹੈ। ਭਾਵੇਂ ਮੂਲੇ ਖੱਤਰੀ ਨੇ ਲਿਖ ਕੇ ਦਿੱਤਾ ਸੀ ਨਾ, ਜਿਉਣਾ ਝੂਠ ਤੇ ਮਰਨਾ ਸੱਚ, ਉਹ ਕੇਵਲ ਲਿਖਣ ਤੱਕ ਸੀਮਿਤ ਸੀ। ਸਤਿਗੁਰੂ ਜੀ ਕਹਿੰਦੇ ਨੇ ਕੇਵਲ ਜਾਣੀ ਨਾ ਐਸੋ ਦ੍ਰਿੜ ਜਾਣੇ, ਇਹਨੂੰ ਦ੍ਰਿੜ ਕਰਕੇ ਮੰਨ ਵੀ ਲਓ
कि संसार सारा झूठा है, यही शब्द है। शब्द की है जी, किहड़ा शब्द? कहते इस गल नूं समझ लेना कि मृग तृष्णा के नीर समाना। ये संसार इस तरह है जिवें मृग तृष्णा है, जिवें उस मृग की तृष्णा उन्होंने पानी लगता है, सारे पासे पानी है। देखो मृग हिरण, ये हिरण जिहड़ा है इहदी तुलना बड़ी दी जाती, किसी दी अखां सोहणियां कि अखां बड़ियां सोहणियां ने हिरण वर्गियां। जिथे अखां सोहणियां ने उत्थे जिन्ना को हिरण भटकदा है ना, दुनिया दे विच 84 लाख दे विच होर कोई चून नहीं इन्नी जिन्ना कोई भटकदा होवे। ये टिकदा ही नहीं, भज्जे फिरदा है। और इत्थे मृग तृष्णा वो है जिन्होंने भाई साहब भाई गुरदास जी ने बचन कीते ने कि मारू थल दी होवे धरती रेता ही रेता, सूरज तो चमकदा हुए, प्यास ते लगी है और चमकते हुए रेत नूं पानी समझ बैठदा कि शायद सामने पानी है, भजदा है, दौड़दा है। अगे रेत है, फिर चमकदी अगे होर अगे होवेगा, टिकदा नहीं, उदों तक भजदा जदों तक भज भज के मर ना जाए कि लगदा सामने पानी है। इन्ना चंचल। और भाई साहब भाई गुरदास जी ने पावन बचन कहे ने, कहते जैसे मृग तृष्णा नूं धावै मृग त्रिखावंत, आवत न शांत भरम भरमत हैरानू है। बस साडे हालत बिल्कुल इस तरह की तृष्णा साडे अंदर है, तन नूं दुख दे रहे हैं, तन करके हट कर रहे हैं। तो सवाल साडा ये हुंदा कि मन क्यों नहीं टिकता। और गुरु साहब जी ने बड़िया थावां ते समझाया कि कर्मा करके थोड़ी टिकना है, कर्म तो जिहड़े शरीर ने करने ने। मन नूं ते गल समझाउणी है, वो शब्द तो बिना होर कोई चारा नहीं, कोई उपाव नहीं। तिह सो कछ संकल्प न करिए, झूठ जान मन ते पर हरिए। हुण सतगुर कहते बस शब्द ये है, शब्द के विचार ही है कि उस मन के नाल किसी तरह का कोई वास्ता रखी ना, मन दे विच किसी तरह का संकल्प उठण ही ना दिए, क्योंकि फुरना ही तो बन है, ये फुरना उठण ही ना दिए। हुण जदों फुरना उठन लगे किसी का धन वेख के मेरे को आ जाए, इस फुरने नूं उदों गुरु के शब्द नाल मार दिए कि नहीं भाई हक पराया नानका उस सूर उस गाए। शब्द नाल ही मरेगा ना जी, ये फुरने नहीं रुकने। हाँ, गुरु के शब्द नाल फुरना उठन तो पहलों मारिया जा सकता है। हुण सतगुरु जी कहते हैं तिह सो कछ संकल्प न करिए, झूठ जान मन ते पर हरिए। संसार नूं झूठ जान के बिल्कुल मन तो दूर ही कर दे। ससे सिंह धन ले करमाही, रिप जेतन इश को ना कराही। सतगुरु कहते हैं शमश तबरेज कि पीर जी तेरे कल्ले की हालत नहीं, दुनिया सारी इस तरह ही है। हालत इवें दी है कि ससे सींग धन ले करमाही, कि जिवें एक खरगोश है सया है, खरगोश के सिंगां का कमाड़ बना के उहदे विच तेल रख के दुश्मन नूं लोकी मारना चाहते हैं। हुण खरगोश दे तो सिंग ही कोई नहीं, पर लोग चाहते हैं कि उहदे सिंगां का कमाड़ बना के उहदे विच तेल रख के फिर दुश्मन नूं मारीए। ना खरगोश दे सिंग उगण ना तीर चले। लोग चाहते हैं कि मन भी मर जाए तो मरे भी इस ढंग नाल साडी मर्जी दे नाल। हुण सतगुरु जी कृपा करके समझाते हैं हरे लताबे बीच आकाशा, तिसके पुष्प कौन करे आसा। हुण सतगुरु जी कहते हैं लोगों का भरम पता किवें दा है कि हर चंदेउरी केर बजारा, जिवें हर चंदेउरी हरिचंद की नगरी। ये मिथ है, हकीकत नहीं कि आसमान के उत्ते किसी हरिचंद राजे की नगरी है।
कई बार बदल बड़े होने तो लगता उत्ते घर बने ने। हुण सतगुरु जी कहते हैं हर चंदेओरी केर बजारा, उत्ते बने हुए तो कई बार लगता कि किवें बाजार ही बने ने। ध्यान नाल वेखदे रहो, कुछ ना कुछ मन में जो कुछ आई जाना वही कुछ उत्ते बनी जाना। तो जे साडे वर्गे मूर्ख कहणगे असीं उस बाजार तो जाके सौदा पत्ता खरीद के लिए सस्ता होएगा, ना उत्थे कोई बाजार तो ना कुछ मिलना है। बस कहते बिल्कुल दुनिया जिहड़ी झूठ है, लोग इहनूं सच समझ बैठते हैं, है कुछ नहीं पर समझते हैं शायद यही सब कुछ है। हर जंदेओरी केर बजारा, पुरे न कहे करनों व्यवहारा। उत्थे ना किसी तरह का व्यवहार कोई चलता ना है। त्यों अस्त लख जग परम पचा, क्यों संकल्प उठा वै रंचा। इस करके सतगुरु जी कहते हैं बस जगत नूं एक परपंच ही समझो। इस बारे थोड़ा जिहा संकल्प भी मन में ना लियाओ कि ये मेरा है या ये रहना है। सतगुर बचन हृदय दृढ़ धारा, शुद्ध आत्मे जगत विसारा। सतगुरु जी कहते हैं बस एको तरीका मन टिकन का कि सतगुरु का बचन हृदय च दृढ़ करके धारण कर ले। क्योंकि इन्हें को गल आप जानने तो सारा ही पता सबनों है कि जिउना झूठ है, संसार झूठ है, पर इनू दृढ़ तो नहीं ना किया जी। जे ये गल दृढ़ की होवे तो रिश्वतखोरी क्यों चले? जे ये गल दृढ़ की होवे तो झूठ बोलने की लोड़ पवे क्यों? क्योंकि सिर्फ उतों तो मन्निया है, असल में मन्निया कोई नहीं। सतगुरु कहते हैं गुरु साहब के बचन जिहड़े ने इन्हों हिरदे च दृढ़ करके धारण करो भाई। तो जदों दृढ़ करोगे आत्मा शुद्ध होएगी, आत्मा शुद्ध होएगी फिर ये जगत दे विच रहिंदे होए जगत नहीं, जगत का मालक रब चेते आएगा। मन रिपू जीतन के यह रीता, पावे सुख सो करे तर चिता। सतगुरु कहते हैं पीर जी इस मन नूं वैरी नूं जितण का बस एको ही तरीका, एको ही रीत है, वो है गुरु के बचन। उन्होंने दृढ़ करके मन ले। बस जिन्हें दृढ़ किया वो गुरु साहब जी कहते हैं कला मन नहीं, मन जीता है। जग जे तो उन्हें समझो सारा संसार ही जित लिया है। पीर बहावल हक एक अही, सुन के बचन बहुर सो कही। हुण सतगुरु जी ने कृपा की, उत्थे कहते एक पीर होर है, और वो जिहड़ा पीर है बहावल हक उनका नाम है। कुछ सवाल होंदे ने, बहावल हक ने गुरु साहब के चरणों च मत्था टेकिया, हाथ जोड़े तो अपने सवाल पूछता है, और जिहड़े सवाल जवाब इन्हां पीरां दे नाल हुंदे ने वो सतगुरु जी कृपा करना आपां कल विचारांगे। इतनी बेनती प्रवान करनियां हुईयां फुल्लां दी खिमा। आओ एक दो मिनट होर रसना दे नाल हाजरी लवाइए, फिर समाप्ति है जी। वाहिगुरू 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 वाहिगुरू। वाहिगुरू 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 वाहिगुरू। वाहिगुरू